स्टूडेंट्स नेक्स्ट जो टॉपिक है कास्ट एंड पॉलिटिक्स। कास्ट मीनस जाति, जो जातियां ने धर्म हिंदुस्तान ਦੇ ਵਿੱਚ ਵੱਖ-ਵੱਖ ਪਹਿਲਾਂ ਅਸੀਂ ਦੋ ਤਰ੍ਹਾਂ ਦੀਆਂ ਸੋਸ਼ਲ ਡਿਵੀਜ਼ਨ ਬਾਰੇ ਗੱਲ ਕਰਕੇ ਆਏ ਹਾਂ। ਜਿਵੇਂ ਪਹਿਲਾਂ ਜੈਂਡਰ ਡਿਵੀਜ਼ਨ ਦੀ ਗੱਲ ਕੀਤੀ ਸੀ, ਉਹਦੇ ਪੋਜ਼ੀਟਿਵ ਆਊਟਕਮ ਅਸੀਂ ਦੇਖੇ। ਉਸ ਤੋਂ ਬਾਅਦ ਅਸੀਂ ਰਿਲੀਜੀਅਸ ਡਿਵੀਜ਼ਨ ਦੀ ਗੱਲ ਕੀਤੀ, ਮਤਲਬ ਕਮਿਊਨਲਿਜ਼ਮ ਦੀ ਗੱਲ ਕੀਤੀ, ਜਿਹਦੇ ਕਿ ਨੈਗੇਟਿਵ ਆਊਟਕਮ ਆਏ ਸੀਗੇ। ਹੁਣ ਅਸੀਂ ਕਾਸਟ ਡਿਵੀਜ਼ਨ ਦੀ ਗੱਲ ਕਰ ਰਹੇ ਹਾਂ, ਜਾਤੀਆਂ ਦੀ ਗੱਲ ਕਰ ਰਹੇ ਹਾਂ ਹਿੰਦੁਸਤਾਨ ਵਿੱਚ, ਜਿਹਦੇ ਕਿ ਪੋਜ਼ੀਟਿਵ ਆਊਟਕਮ ਵੀ ਨੇ ਔਰ ਨੈਗੇਟਿਵ ਆਊਟਕਮ ਵੀ ਨੇ। ਦੇਖਦੇ ਹਾਂ ਕਿਵੇਂ। ਕਾਸਟ ਇਨਇਕੁਐਲਿਟੀ ਤੋਂ ਸ਼ੁਰੂਆਤ ਕਰਦੇ ਹਾਂ। ਜਾਤੀਆਂ ਦੇ ਆਧਾਰ ਉੱਪਰ ਜਿਹੜੀ ਇਨਇਕੁਐਲਿਟੀ ਹੈ, ਨਾ ਬਰਾਬਰੀ ਹੈ, ਮਤਲਬ ਅਲੱਗ-ਅਲੱਗ ਜਾਤੀਆਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਰਿਹਾ ਹਿੰਦੁਸਤਾਨ ਵਿੱਚ, ਉਹਦੇ ਬਾਰੇ ਗੱਲ ਕਰਦੇ ਹਾਂ। ਕਹਿੰਦਾ ਕਿ ਜੈਂਡਰ ਡਿਵੀਜ਼ਨ ਅਤੇ ਰਿਲੀਜੀਅਸ ਡਿਵੀਜ਼ਨ ਬਾਕੀ ਦੇਸ਼ਾਂ 'ਚ ਵੀ ਪਾਈ ਜਾਂਦੀ ਹੈ, ਲੇਕਿਨ ਕਾਸਟ ਡਿਵੀਜ਼ਨ ਸਪੈਸ਼ਲ ਹੈਗੀ ਹਿੰਦੁਸਤਾਨ ਦੇ ਵਿੱਚ। ਸਿਰਫ ਹਿੰਦੁਸਤਾਨ ਹੀ ਐਸਾ ਦੇਸ਼ ਹੈ ਜਿੱਥੇ ਕਿ ਜਾਤੀਵਾਦ ਪਾਇਆ ਜਾਂਦਾ ਹੈ। ਬਾਕੀ ਜਿਵੇਂ ਯੂਰਪੀਅਨ ਕੰਟਰੀਜ਼ ਨੇ, ਉੱਥੇ ਕੋਈ ਕਾਸਟ ਸਿਸਟਮ ਨਹੀਂ ਹੈਗਾ, ਉੱਥੇ ਸਭ ਇਨਸਾਨ ਨੇ। ਲੇਕਿਨ ਸਾਡੇ ਦੇਸ਼ ਦੇ ਵਿੱਚ ਜਿਹੜੇ ਆ, ਅਸੀਂ ਇਨਸਾਨਾਂ ਨੂੰ ਜਾਤੀਆਂ 'ਚ ਵੰਡਿਆ ਹੋਇਆ। ਆਲ ਸੋਸਾਇਟੀਜ਼ ਹੈਵ ਸਮ ਕਾਈਂਡ ਆਫ ਸੋਸ਼ਲ ਇਨਇਕੁਐਲਿਟੀ, ਸਮ ਫਾਰਮ ਆਫ ਡਿਵੀਜ਼ਨ ਆਫ ਲੇਬਰ। ਹਾਲਾਂਕਿ ਸਾਰੀਆਂ ਸੋਸਾਇਟੀਜ਼ ਵਿੱਚ ਸੋਸਾਇਟੀ 'ਚ ਥੋੜ੍ਹੀ ਬਹੁਤੀ ਇਨਇਕੁਐਲਿਟੀ ਪਾਈ ਜਾਂਦੀ ਹੈ, ਔਰ ਜਿਹੜੀ ਉੱਥੇ ਲੇਬਰ ਦੀ ਡਿਵੀਜ਼ਨ ਜਿਹੜੀ ਹੈ ਉਹ ਵੀ ਪਾਈ ਜਾਂਦੀ ਹੈ ਉੱਥੇ। ਇਨ ਮੋਸਟ ਸੋਸਾਇਟੀਜ਼ ਆਕੂਪੇਸ਼ਨਸ ਆਰ ਪਾਸਡ ਔਨ ਫਰੋਮ ਵਨ ਜਨਰੇਸ਼ਨ ਟੂ ਅਨਦਰ। ਜ਼ਿਆਦਾਤਰ ਸੋਸਾਇਟੀਜ਼ ਦੇ ਵਿੱਚ ਜਿਹੜਾ ਕੀ ਹੁੰਦਾ ਹੈ ਕਿ ਜੋ ਵੀ ਆਕੂਪੇਸ਼ਨ ਮਾਂ ਬਾਪ ਕਰਦੇ ਨੇ, ਅੱਗੋਂ ਉਹੀ ਆਕੂਪੇਸ਼ਨ ਉਹਨਾਂ ਦੇ ਬੱਚੇ ਕਰਨੇ ਸ਼ੁਰੂ ਕਰ ਦਿੰਦੇ ਨੇ। ਕਾਸਟ ਸਿਸਟਮ ਇਜ਼ ਐਨ ਐਕਸਟ੍ਰੀਮ ਫਾਰਮ ਆਫ ਦਿਸ। ਲੇਕਿਨ ਜਾਤੀ ਪ੍ਰਥਾ ਜਿਹੜੀ ਹੈ, ਇਹਦੀ ਇੱਕ ਐਕਸਟ੍ਰੀਮ ਫਾਰਮ ਹੈਗੀ ਆਕੂਪੇਸ਼ਨ ਦੀ, ਆਕੂਪੇਸ਼ਨ ਨਾਲ ਜੁੜੀ ਹੋਈ ਹੈ। ਜਾਤੀ ਪ੍ਰਥਾ ਜਿਹੜੀ ਹੈ, ਇਹਦੇ 'ਚ ਮੰਨਿਆ ਜਾਂਦਾ ਸੀਗਾ ਕਿ ਅਲੱਗ-ਅਲੱਗ ਜਾਤੀਆਂ ਦੇ ਕੰਮ ਅਲੱਗ-ਅਲੱਗ ਹੈਗੇ ਆ, ਔਰ ਉਹਨਾਂ ਜਿਸ ਜਾਤੀ ਦੇ ਲੋਕ ਨੇ ਉਹਨਾਂ ਦੇ ਬੱਚੇ ਵੀ ਉਹੀ ਕੰਮ ਹੀ ਕਰਨਗੇ। ਫੋਰ ਐਗਜ਼ਾਮਪਲ, ਜਿਵੇਂ ਲੋਐਸਟ ਕਾਸਟ ਜਿਹਨੂੰ ਸ਼ੂਦਰ ਜਾਤੀ ਕਿਹਾ ਜਾਂਦਾ ਸੀਗਾ, ਉਹਦਾ ਕੰਮ ਸਾਫ਼ ਸਫਾਈ ਕਰਨਾ ਸਮਝਿਆ ਜਾਂਦਾ ਸੀਗਾ, ਔਰ ਸ਼ੂਦਰ ਦਾ ਬੱਚਾ ਮੰਨਿਆ ਜਾਂਦਾ ਸੀ ਕਿ ਸਿਰਫ ਸਾਫ਼ ਸਫਾਈ ਦਾ ਕੰਮ ਹੀ ਕਰੇਗਾ, ਚਾਹੇ ਉਹ ਕਿੰਨਾ ਵੀ ਪੜ੍ਹ ਜਾਵੇ, ਕੋਈ ਹੋਰ ਕੰਮ ਨਹੀਂ ਕਰ ਸਕਦਾ। ਇਹ ਮਤਲਬ ਹੈ ਇਹਦਾ। ਵਟ ਮੇਕਸ ਇਟ ਡਿਫਰੈਂਟ ਫਰੋਮ ਅਦਰ ਸੋਸਾਇਟੀਜ਼ ਇਨ ਦੈਟ ਇਨ ਦਿਸ ਸਿਸਟਮ ਹੈਰੀਡਿਟਰੀ ਆਕੂਪੇਸ਼ਨਲ ਡਿਵੀਜ਼ਨ ਵਾਜ਼ ਸੈਂਕਸ਼ਨਡ ਬਾਈ ਰਿਚੁਅਲਸ। ਸੋ ਇਹਦੇ ਵਿੱਚ ਕੀ ਸੀਗਾ ਕਿ ਖਾਨਦਾਨੀ ਜਿਹੜਾ ਹੈ, ਜੋ ਕੰਮ ਮਾਂ ਬਾਪ ਕਰਦੇ ਰਹੇ ਆ ਪਰਟੀਕੂਲਰ ਜਾਤੀ ਦੇ, ਉਹੀ ਬੱਚੇ ਕਰਦੇ ਸੀਗੇ। ਮੈਂਬਰਸ ਆਫ ਸੇਮ ਕਾਸਟ ਗਰੁੱਪ ਵਰ ਸਪੋਜ਼ ਟੂ ਫਾਰਮ ਅ ਸੋਸ਼ਲ ਕਮਿਊਨਿਟੀ ਦੈਟ ਪ੍ਰੈਕਟਿਸ ਦ ਸੇਮ ਔਰ ਸਿਮਿਲਰ ਆਕੂਪੇਸ਼ਨ। ਇੱਕ ਜਾਤੀ ਦੇ ਲੋਕ ਜਿਹੜੇ ਨੇ, ਉਹ ਕਿਸੇ ਇੱਕ ਜਿਹੜੇ ਪ੍ਰੋਫੈਸ਼ਨ ਨਾਲ ਜੁੜੇ ਹੁੰਦੇ ਸੀ, ਉਹਨਾਂ ਨੇ ਉਹੀ ਕੰਮ ਕਰਨਾ ਹੁੰਦਾ ਸੀਗਾ ਸਾਰੀ ਉਮਰ। ਮੈਰਿਡ ਵਿਦਿਨ ਦਾ ਕਾਸਟ ਗਰੁੱਪ ਆਪਣੀ ਹੀ ਜਾਤੀ ਦੇ ਅੰਦਰ ਵਿਆਹ ਕਰਾਉਂਦੇ ਸੀਗੇ। ਡਿਡ ਨਾਟ ਈਟ ਵਿਦ ਮੈਂਬਰਸ ਫਰੋਮ ਅਦਰ ਕਾਸਟ ਗਰੁੱਪਸ। ਔਰ ਜਿਹੜੇ ਦੂਜੀਆਂ ਜਾਤੀ ਦੇ ਲੋਕਾਂ ਦੇ ਨਾਲ ਬੈਠ ਕੇ ਉਹ ਖਾ ਨਹੀਂ ਸੀ ਸਕਦੇ। ਤੁਹਾਨੂੰ ਪਤਾ ਹੋਏਗਾ ਕਿ ਪ੍ਰਾਚੀਨ ਸਮਾਜ ਦੇ ਵਿੱਚ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੀਆਂ ਜਾਤੀਆਂ ਸੀ, ਜਿਵੇਂ ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ। ਸੋ ਇਹ ਜਿਹੜੀਆਂ ਜਾਤੀਆਂ ਸੀਗੀਆਂ, ਪਰਟੀਕੂਲਰ ਪ੍ਰੋਫੈਸ਼ਨ ਨਾਲ ਜੁੜੀਆਂ ਹੋਈਆਂ ਸੀਗੀਆਂ। ਬ੍ਰਾਹਮਣ ਦਾ ਕੰਮ ਹੁੰਦਾ ਸੀ ਪਾਠ ਪੂਜਾ ਕਰਨਾ, ਕਸ਼ੱਤਰੀ ਦਾ ਕੰਮ ਯੁੱਧ ਲੜਨਾ, ਵੈਸ਼ ਦਾ ਕੰਮ ਵਪਾਰ ਜਾਂ ਖੇਤੀ ਕਰਨਾ, ਔਰ ਸ਼ੂਦਰ ਦਾ ਕੰਮ ਕਹਿੰਦੇ ਸੀਗੇ ਕਿ ਸਫਾਈ ਕਰਨਾ। ਸੋ ਉਹਨਾਂ ਨੂੰ ਉਹੀ ਕੰਮ ਕਰਨਾ ਪੈਂਦਾ ਸੀਗਾ, ਹੋਰ ਕੋਈ ਕੰਮ ਨਹੀਂ ਸੀ ਕਰ ਸਕਦੇ, ਔਰ ਆਪਣੀ ਜਾਤੀ ਦੇ ਅੰਦਰ ਹੀ ਵਿਆਹ ਕਰਾਉਂਦੇ ਸੀਗੇ। ਸ਼ੂਦਰ ਜਿਹੜਾ ਹੈ ਕਿਸੇ ਹਾਈ ਕਾਸਟ ਦੇ ਨਾਲ ਬੈਠ ਕੇ ਖਾਣਾ ਨਹੀਂ ਸੀ ਖਾ ਸਕਦਾ। ਸੋ ਇਹ ਸਭ ਕੁਛ ਜਿਹੜਾ ਹੈ ਉਹਦੀ ਐਗਜ਼ਾਮਪਲ ਹੈ। ਕਾਸਟ ਸਿਸਟਮ ਵਾਜ਼ ਬੇਸਡ ਔਨ ਐਕਸਕਲੂਜ਼ਨ ਆਫ ਐਂਡ ਡਿਸਕ੍ਰਿਮੀਨੇਸ਼ਨ ਅਗੇਂਸਟ ਦ ਆਊਟਕਾਸਟ ਗਰੁੱਪਸ। ਜਾਤੀ ਪ੍ਰਥਾ ਇਸ ਚੀਜ਼ 'ਤੇ ਆਧਾਰਿਤ ਸੀਗੀ ਕਿ ਉੱਚੀਆਂ ਜਾਤੀਆਂ ਵਾਲੇ ਜਿਹੜੇ ਆ ਨੀਵੀਂ ਜਾਤੀਆਂ ਦੇ ਨਾਲ ਭੇਦਭਾਵ ਕਰਦੇ ਸੀਗੇ। ਉਹਨਾਂ ਦੇ ਨਾਲ ਇਨਹਿਊਮਨ ਪ੍ਰੈਕਟਿਸ ਕੀਤੀ ਜਾਂਦੀ ਸੀ, ਅਣਮਨੁੱਖੀ ਵਿਹਾਰ ਕੀਤਾ ਜਾਂਦਾ ਸੀ। ਸ਼ੂਦਰਾਂ ਨੂੰ ਛੂਤ ਸਮਝਿਆ ਜਾਂਦਾ ਸੀ, ਉਹਨਾਂ ਨੂੰ ਟੱਚ ਨਹੀਂ ਸੀ ਕਰਦੇ। ਤੁਸੀਂ ਆਲਰੇਡੀ 9th ਕਲਾਸ ਪੜ੍ਹ ਕੇ ਆਏ ਹੋ। ਇਸੇ ਕਾਰਨ ਕਹਿੰਦਾ ਕਿ ਬਹੁਤ ਸਾਰੇ ਪੋਲੀਟੀਕਲ ਲੀਡਰ ਸਾਡੇ ਜਿਹੜੇ ਪੁਰਾਣੇ ਸੀਗੇ, ਜਾਂ ਸੋਸ਼ਲ ਰਿਫਾਰਮਰ ਜਿਹੜੇ ਸੀ, ਜਿਵੇਂ ਜੋਤੀਬਾ ਫੂਲੇ, ਗਾਂਧੀ ਜੀ, BR ਅੰਬੇਦਕਰ ਔਰ ਪੈਰੀਆਰ ਰਾਮਾਸਵਾਮੀ ਨਾਇਕਰ ਵਰਗੇ, ਉਹਨਾਂ ਨੇ ਇਸ ਚੀਜ਼ ਦਾ ਸਮਰਥਨ ਕੀਤਾ ਔਰ ਇਸ ਚੀਜ਼ ਵਾਸਤੇ ਕੰਮ ਵੀ ਕੀਤਾ ਕਿ ਐਸੀ ਸੁਸਾਇਟੀ ਹੋਏ ਜਿਹਦੇ ਵਿੱਚ ਕੋਈ ਵੀ ਇਨਇਕੁਐਲਿਟੀ ਨਾ ਹੋਏ, ਕੋਈ ਵੀ ਜਾਤ ਪਾਤ ਨਾ ਹੋਏ, ਸਭ ਬਰਾਬਰ ਹੋਣ। ਪਾਰਟਲੀ ਡਿਊ ਟੂ ਦੇਅਰ ਐਫਰਟਸ ਐਂਡ ਪਾਰਟਲੀ ਡਿਊ ਟੂ ਅਦਰ ਸੋਸ਼ੋ ਇਕਨੋਮਿਕ ਚੇਂਜਿਸ, ਕਾਸਟ ਐਂਡ ਕਾਸਟ ਸਿਸਟਮ ਇਨ ਮਾਡਰਨ ਇੰਡੀਆ ਹੈਵ ਅੰਡਰਗੋਨ ਗ੍ਰੇਟ ਚੇਂਜਿਸ। ਸੋ ਇਹਨਾਂ ਸਮਾਜ ਸੁਧਾਰਕਾਂ ਦੇ ਯਤਨਾਂ ਕਾਰਨ ਔਰ ਕੁਛ ਸੋਸ਼ਲ ਅਤੇ ਇਕਨੋਮਿਕ ਚੇਂਜਿਸ ਦੇ ਕਾਰਨ ਅੱਜ ਜਿਹੜਾ ਹੈ ਜਾਤੀ ਪ੍ਰਥਾ ਜਿਹੜੀ ਹੈ, ਇਹਦੇ ਵਿੱਚ ਕਾਫੀ ਬਦਲਾਵ ਆ ਚੁੱਕੇ ਨੇ। ਵਿਦ ਦ ਇਕਨੋਮਿਕ ਡਿਵੈਲਪਮੈਂਟ, ਲਾਰਜ ਸਕੇਲ ਅਰਬਨਾਈਜੇਸ਼ਨ, growth of literacy, education, occupational mobility, and weakening of the position of landlords in the villages, the old notion of caste hierarchy are breaking down. ਅੱਜ ਜਿਹੜਾ ਹੈ ਕੁਛ ਫੈਕਟਰਸ ਦੇ ਕਰਕੇ ਕਾਸਟ ਸਿਸਟਮ ਕਮਜ਼ੋਰ ਹੋ ਰਿਹਾ ਹੈ। ਇਕਨੋਮਿਕ ਡਿਵੈਲਪਮੈਂਟ, ਜਿਨ੍ਹਾਂ ਜਾਤੀਆਂ ਨੂੰ ਛੋਟੇ ਸਮਝਦੇ ਸੀ ਕਿ ਲੋਕ, ਅੱਜ ਉਹਨਾਂ ਦੀ ਬਹੁਤ ਇਕਨੋਮਿਕ ਡਿਵੈਲਪਮੈਂਟ ਹੋਈ ਹੈ। ਲਾਰਜ ਸਕੇਲ ਅਰਬਨਾਈਜੇਸ਼ਨ ਹੋਇਆ। ਅਰਬਨਾਈਜੇਸ਼ਨ ਮੀਨਸ ਸ਼ਹਿਰੀਕਰਨ। ਪਿੰਡਾਂ ਦੇ ਬਹੁਤ ਸਾਰੇ ਲੋਕ ਸ਼ਹਿਰਾਂ 'ਚ ਆ ਕੇ ਰਹਿਣ ਲੱਗ ਗਏ ਨੇ। ਸ਼ਹਿਰਾਂ ਵਿੱਚ ਜਾਤੀ ਪ੍ਰਥਾ ਦੀ ਕੋਈ ਵੀ ਸੰਭਾਵਨਾ ਨਹੀਂ ਹੈ।
लोग पढ़न लिखन लग गए ने, लोगों को समझ लग गई है कि जाति प्रथा जिहड़ी है फजूल है। सो एजुकेशन के नाल, लिटरेसी के नाल, ऑक्यूपेशनल मोबिलिटी, अज लोग जिहड़े ने पढ़ लिख के कोई भी ऑक्यूपेशन अपना रहे हैं, जिस कारण जाति प्रथा कमज़ोर हो रही है। दैन ਜਿਹੜੇ ਪੁਰਾਣੇ ਜ਼ਿਮੀਂਦਾਰ ਸੀਗੇ, ਜਿਹੜੇ ਲੋਕਾਂ ਦੇ ਨਾਲ ਵਿਤਕਰਾ ਕਰਦੇ ਸੀ, ਉਹ ਜ਼ਿਮੀਂਦਾਰਾਂ ਦੀ ਪੋਜੀਸ਼ਨ ਹੁਣ ਖਤਮ ਹੋ ਰਹੀ ਹੈ। ਪੁਰਾਣੇ ਵਿਚਾਰ ਜਿਹੜੇ ਸੀਗੇ ਜਾਤੀ ਪ੍ਰਥਾ ਦੇ, ਕਾਸਟ ਹਾਇਰਾਰਕੀ ਦੇ, ਉਹ ਵੀ ਹੁਣ ਟੁੱਟ ਰਹੇ ਨੇ। ਕਾਸਟ ਹਾਇਰਾਰਕੀ ਤੁਹਾਨੂੰ ਪਤਾ ਹੈ ਕੀ ਹੈ ਕਿ ਸਭ ਤੋਂ ਮੰਨਿਆ ਜਾਂਦਾ ਸੀ ਕਿ ਨੰਬਰ 1 ਤੇ ਬ੍ਰਾਹਮਣ ਨੇ, ਨੰਬਰ 2 ਤੇ ਕਸ਼ਤਰੀ ਨੇ, ਨੰਬਰ 3 ਤੇ ਵੈਸ਼ ਨੇ, ਨੰਬਰ 4 ਤੇ ਸ਼ੂਦਰ ਨੇ। ਇਹ ਜਿਹੜਾ ਕਾਸਟ ਹਾਇਰਾਰਕੀ ਦਾ ਵਿਚਾਰ ਸੀਗਾ, ਇਹਦੇ ਵਿੱਚ ਹੁਣ ਕੋਈ ਵਿਸ਼ਵਾਸ ਨਹੀਂ ਕਰਦਾ। ਇਹਨਾਂ ਕਾਰਨਾਂ ਕਰਕੇ ਅੱਜ ਕਾਸਟ ਸਿਸਟਮ ਦਾ ਜਿਹੜਾ ਲੱਕ ਹੈ ਉਹ ਟੁੱਟ ਚੁੱਕਾ ਹੈ। ਇਨ ਮੋਸਟ ਆਫ ਦ ਟਾਈਮਸ ਇਨ ਅਰਬਨ ਏਰੀਆਜ਼ ਇਟ ਡਜ਼ਨਟ ਮੈਟਰ ਮਚ ਹੂ ਇਜ਼ ਵਾਕਿੰਗ ਅਲੋਂਗ ਨੈਕਸਟ ਟੂ ਅਸ ਔਨ ਅ ਸਟਰੀਟ। ਅੱਜ ਸ਼ਹਿਰਾਂ ਦੇ ਵਿੱਚ ਕੋਈ ਨਹੀਂ ਇਸ ਚੀਜ਼ 'ਤੇ ਜ਼ਿਕਰ ਕਰਦਾ, ਇਸ ਚੀਜ਼ ਬਾਰੇ ਸੋਚਦਾ ਕਿ ਸਾਡੇ ਲਾਗੇ ਕਿਹੜੀ ਜਾਤੀ ਦਾ ਪਰਸਨ ਤੁਰ ਰਿਹਾ ਹੈ। ਔਰ ਈਟਿੰਗ ਔਰ ਜਾਂ ਰੈਸਟੋਰੈਂਟ ਦੇ ਵਿੱਚ ਅਸੀਂ ਜਦੋਂ ਖਾ ਰਹੇ ਹਾਂ ਤਾਂ ਸਾਡੇ ਲਾਗੇ ਕਿਸ ਜਾਤੀ ਦਾ ਬੰਦਾ ਬੈਠਾ ਹੋਇਆ ਹੈ, ਇਸ ਚੀਜ਼ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਕੌਂਸਟੀਟਿਊਸ਼ਨ ਆਫ ਇੰਡੀਆ ਆਲਸੋ ਪ੍ਰੋਹਿਬਿਟਡ ਐਨੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ। ਸੰਵਿਧਾਨ 'ਚ ਵੀ ਕਿਹਾ ਗਿਆ ਹੈ ਕਿ ਜਾਤੀ ਦੇ ਆਧਾਰ 'ਤੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ। ਐਂਡ ਲੇਡ ਦ ਫਾਊਂਡੇਸ਼ਨਸ ਆਫ ਪਾਲਿਸੀਜ਼ ਟੂ ਰਿਵਰਸ ਦ ਇਨਜਸਟਿਸ ਆਫ ਦ ਕਾਸਟ ਸਿਸਟਮ। ਸੰਵਿਧਾਨ ਦੇ ਰਾਹੀਂ ਜਿਹੜਾ ਹੈ ਜਾਤੀ ਪ੍ਰਥਾ ਜਿਹੜੀ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਖਿਰ ਦੇ 'ਚੋਂ ਕਹਿ ਰਿਹਾ ਕਿ ਅਗਰ ਅੱਜ ਤੋਂ 100 ਸਾਲ ਪਹਿਲਾਂ ਕੋਈ ਬੰਦਾ ਹਿੰਦੁਸਤਾਨ ਨੂੰ ਛੱਡ ਕੇ ਗਿਆ ਹੋਏ ਔਰ ਅੱਜ ਉਹ ਵਾਪਸ ਆ ਜਾਏ ਤਾਂ ਉਹ ਦੇਖ ਕੇ ਹੈਰਾਨ ਹੋ ਜਾਏਗਾ ਕਿ ਹਿੰਦੁਸਤਾਨ ਇੰਨਾ ਬਦਲ ਗਿਆ ਹੈ। ਅੱਜ ਜਾਤ ਪਾਤ ਨੂੰ ਲੋਕ ਭੁੱਲਣਾ ਸ਼ੁਰੂ ਕਰ ਚੁੱਕੇ ਨੇ। ਹਾਂਜੀ, ਅੱਗੇ ਨੈਕਸਟ ਪੈਰਾਗ੍ਰਾਫ 'ਚ ਦੱਸਦਾ ਹੈ ਕਿ ਹਾਲਾਂਕਿ ਇੰਨਾ ਕੁਛ ਅਸੀਂ ਕੋਈ ਕੀਤਾ ਹੈ ਕਾਸਟ ਸਿਸਟਮ ਨੂੰ ਖਤਮ ਕਰਨ ਲਈ, ਲੇਕਿਨ ਕਹਿੰਦਾ ਕਿ ਯੈਟ ਕਾਸਟ ਹੈਜ਼ ਨਾਟ ਡਿਸਅਪੀਅਰਡ ਫਰੋਮ ਕੰਟੈਂਪਰੇਰੀ ਇੰਡੀਆ। ਅੱਜ ਦੇ ਹਿੰਦੁਸਤਾਨ ਦੇ ਵਿੱਚ ਜਾਤੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ, ਜਾਤ ਪ੍ਰਥਾ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਇਹ ਕੁਐਸਚਨ ਵੀ ਆ ਜਾਂਦਾ ਕਈ ਵਾਰੀ ਕਿ ਜਸਟੀਫਾਈ ਕਰੋ ਕਿ ਅੱਜ ਵੀ ਜਾਤ ਪ੍ਰਥਾ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ। ਇਹਦਾ ਫਸਟ ਪ੍ਰੂਫ ਹੈ ਇਹਦਾ ਈਵਨ ਨਾਓ ਮੋਸਟ ਆਫ ਦ ਪੀਪਲ ਮੈਰੀ ਵਿਦ ਇਨ ਦੇਅਰ ਓਨ ਕਾਸਟ ਔਰ ਟ੍ਰਾਈਬ। ਅੱਜ ਵੀ ਬਹੁਤ ਸਾਰੇ ਲੋਕ ਆਪਣੀ ਹੀ ਜਾਤੀ ਦੇ ਅੰਦਰ ਵਿਆਹ ਕਰਾਉਣਾ ਪਸੰਦ ਕਰਦੇ ਨੇ। ਅਨਟੱਚੇਬਿਲਿਟੀ ਕਹਿੰਦਾ ਕਿ ਹਾਲਾਂਕਿ ਕਾਨੂੰਨ ਦੇ ਰਾਹੀਂ ਇਹਨੂੰ ਖਤਮ ਕੀਤਾ ਗਿਆ, ਲੇਕਿਨ ਅੱਜ ਵੀ ਕੁਛ ਲੋਕ ਅਨਟੱਚੇਬਿਲਿਟੀ ਜਿਹੜੀ ਹੈ ਉਹਨੂੰ ਪ੍ਰੈਕਟਿਸ ਕਰਦੇ ਹੈ ਔਰ ਕਈ ਜਾਤੀਆਂ ਨੂੰ ਛੂਤ ਛਾਤ ਜਿਹੜੇ ਆ ਅਛੂਤ ਸਮਝਦੇ ਆ ਔਰ ਉਹਨਾਂ ਨਾਲ ਛੂਤ ਛਾਤ ਕਰਦੇ ਆ, ਕੁਛ ਜਗ੍ਹਾ 'ਤੇ ਦੇਖਣ ਨੂੰ ਮਿਲਦਾ। ਥਰਡ ਹੈ ਕਹਿੰਦਾ ਕਿ ਇਫੈਕਟਸ ਆਫ ਸੈਂਚਰੀਜ਼ ਆਫ ਡਿਸਐਡਵਾਂਟੇਜ ਐਂਡ ਐਡਵਾਂਟੇਜ ਕੰਟੀਨਿਊ ਟੂ ਬੀ ਫੈਲਟ ਟੂਡੇ। ਜੋ ਛੋਟੀਆਂ ਜਾਤੀਆਂ ਜਿਨ੍ਹਾਂ ਨੂੰ ਸਮਝਿਆ ਜਾਂਦਾ ਸੀ, ਜੋ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਰਿਹਾ ਪੁਰਾਣੇ ਟਾਈਮ 'ਚ, ਉਹਦਾ ਅਸਰ ਅੱਜ ਵੀ ਦੇਖਣ ਨੂੰ ਮਿਲਦਾ ਹੈ। ਜਿਵੇਂ ਅੱਗੇ ਦੱਸਦਾ ਹੈ, ਕਹਿੰਦਾ ਕਿ ਜਿਹੜੀਆਂ ਹਾਈ ਕਾਸਟ ਸੀਗੀਆਂ, ਜਿਨ੍ਹਾਂ ਨੂੰ ਪੁਰਾਣੇ ਟਾਈਮ ਦੇ ਉੱਚੀਆਂ ਜਾਤੀਆਂ ਸਮਝਿਆ ਜਾਂਦਾ ਸੀਗਾ, ਉਹਨਾਂ ਦੇ ਕੋਲ ਇਕਨੋਮਿਕ ਰਿਸੋਰਸਿਸ ਕਾਫੀ ਸੀਗੇ, ਜਿਨ੍ਹਾਂ ਦਾ ਫਾਇਦਾ ਉਠਾ ਕੇ ਉਹਨਾਂ ਨੇ ਐਜੂਕੇਸ਼ਨਲ ਫੈਸਿਲਿਟੀਜ਼ ਵੀ ਜਿਹੜੀਆਂ ਨੇ ਵੱਧ ਤੋਂ ਵੱਧ ਹਾਸਲ ਕੀਤੀਆਂ ਔਰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਵਾਲੇ ਜਿਹੜੇ ਲੋਕ ਸੀਗੇ ਉਹ ਜ਼ਿਆਦਾਤਰ ਉੱਚੀਆਂ ਜਾਤੀਆਂ ਦੇ ਸੀਗੇ ਔਰ ਅੱਜ ਵੀ ਉਹ ਜਿਹੜੇ ਨੇ ਉਹ ਹਾਇਰ ਐਜੂਕੇਸ਼ਨ ਲੈ ਰਹੇ ਆ। ਲੇਕਿਨ ਉਹਦੇ ਮੁਕਾਬਲੇ ਜਿਹੜੀਆਂ ਜਾਤੀਆਂ ਛੋਟੀਆਂ ਸਮਝੀਆਂ ਜਾਂਦੀਆਂ ਸੀਗੀਆਂ, ਜਿਨ੍ਹਾਂ ਕੋਲ ਇਕਨੋਮਿਕ ਰਿਸੋਰਸਿਸ ਅੱਜ ਵੀ ਘੱਟ ਨੇ, ਉਹ ਅੱਜ ਵੀ ਜਿਹੜੇ ਆ ਐਜੂਕੇਸ਼ਨ ਫੈਸਿਲਿਟੀ ਨਹੀਂ ਲੈ ਪਾ ਰਹੇ ਔਰ ਅੱਜ ਵੀ ਜਿਹੜੇ ਆ ਉਹ ਐਜੂਕੇਸ਼ਨਲੀ ਜਿਹੜੇ ਬੈਕਵਰਡ ਹੈਗੇ ਆ, ਹਾਇਰ ਐਜੂਕੇਸ਼ਨ ਨਹੀਂ ਲੈ ਪਾ ਰਹੇ। ਅੱਗੇ ਗੱਲ ਕਰਦਾ, ਕਹਿੰਦਾ ਕਾਸਟ ਕੰਟੀਨਿਊਜ਼ ਟੂ ਬੀ ਕਲੋਜ਼ਲੀ ਲਿੰਕ ਟੂ ਇਕਨੋਮਿਕ ਸਟੇਟਸ। ਇੱਕ ਹੋਰ ਚੀਜ਼ ਦੇਖਣ ਵਾਲੀ ਹੈ ਕਿ ਜਾਤੀ ਜਿਹੜੀ ਹੈ ਇਹਦਾ ਇਕਨੋਮਿਕ ਸਟੇਟਸ ਦੇ ਨਾਲ ਕਾਫੀ ਵੱਡਾ ਲਿੰਕ ਹੈ। ਹਾਇਰ ਕਾਸਟ ਦੇ ਲੋਕ ਹੀ ਜਿਹੜੇ ਇਕਨੋਮਿਕਲੀ ਜ਼ਿਆਦਾ ਸਾਊਂਡ ਨੇ, ਜਿਨ੍ਹਾਂ ਨੂੰ ਲੋਅਰ ਕਾਸਟ ਸਮਝਿਆ ਜਾਂਦਾ ਰਿਹਾ ਹੈ, ਅੱਜ ਵੀ ਉਹਨਾਂ ਦਾ ਇਕਨੋਮਿਕ ਸਟੇਟਸ ਕੋਈ ਜ਼ਿਆਦਾ ਇੰਪਰੂਵ ਨਹੀਂ ਹੋਇਆ। ਸੋ ਥੀਜ਼ ਆਰ ਸਮ ਆਫ ਦ ਐਗਜ਼ਾਮਪਲਸ ਵਿਚ ਸ਼ੋ ਦੈਟ ਦੇਰ ਆਰ ਸਮ ਕਾਸਟ ਇਨਇਕੁਐਲਿਟੀਜ਼ ਸਟਿਲ ਪ੍ਰੈਜ਼ੈਂਟ ਇਨ ਇੰਡੀਆ। ਹਾਂਜੀ, ਸੋ ਨੈਕਸਟ ਟੋਪਿਕ ਵਿੱਚ ਜਿਹੜਾ ਅਸੀਂ ਪੜ੍ਹਾਂਗੇ ਕਾਸਟ ਇਨ ਪੋਲੀਟਿਕਸ, ਕਿ ਰਾਜਨੀਤੀ ਦੇ ਵਿੱਚ ਜਾਤੀ ਜਿਹੜੀ ਹੈ ਕੀ ਰੋਲ ਨਿਭਾਉਂਦੀ ਹੈ। ਕਹਿੰਦਾ ਜਿਵੇਂ ਕਿ ਅਸੀਂ ਕਮਿਊਨਲਿਜ਼ਮ 'ਚ ਦੇਖਿਆ ਹੈ, ਉਸੇ ਤਰ੍ਹਾਂ ਹੀ ਕਾਸਟਿਜ਼ਮ ਦੇ ਵਿੱਚ ਵੀ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਸੋਸ਼ਲ ਕਮਿਊਨਿਟੀ ਹੈ, ਜਿਹੜਾ ਸਮਾਜ ਹੈ, ਇਹਦਾ ਮੇਨ ਬੇਸਿਸ ਕੀ ਹੈ? ਕਾਸਟ, ਜਾਤੀ। ਮਤਲਬ ਇੱਕ ਜਾਤੀ ਦੇ ਲੋਕ ਜਿਹੜੇ ਨੇ ਉਹਨਾਂ ਦੀ ਵੱਖਰੀ ਕਮਿਊਨਿਟੀ ਹੋਏਗੀ, ਦੂਸਰੀ ਜਾਤੀ ਦੇ ਲੋਕਾਂ ਦੀ ਵੱਖਰੀ ਕਮਿਊਨਿਟੀ ਹੋਏਗੀ ਔਰ ਇੱਕ ਜਾਤੀ ਦਾ ਦੂਸਰੀ ਜਾਤੀ ਨਾਲ ਕੋਈ ਨੇੜੇ ਦਾ ਰਿਸ਼ਤਾ ਨਹੀਂ ਹੈ। ਔਰ ਇਹਦੇ ਅਕੋਰਡਿੰਗ ਜਿਹੜਾ ਹੈ ਲੋਕ ਜਿਹੜੇ ਨੇ ਜੋ ਕਿ ਇੱਕ ਹੀ ਕਾਸਟ ਦੇ ਨੇ, ਉਹਨਾਂ ਦੀ ਆਪਣੇ ਆਪ ਇੱਕ ਵੱਖਰੀ ਕਮਿਊਨਿਟੀ ਬਣ ਜਾਂਦੀ ਹੈ ਔਰ ਦੂਸਰੀ ਕਮਿਊਨਿਟੀ ਦੇ ਨਾਲ ਉਹਨਾਂ ਦਾ ਕੋਈ ਇੰਟਰਸਟ ਨਹੀਂ ਜੁੜਦਾ। ਇੱਕ ਜਾਤੀ 'ਤੇ ਸਾਰੇ ਲੋਕਾਂ ਦੇ ਇੱਕੋ ਜਿਹੇ ਇੰਟਰਸਟ ਹੁੰਦੇ ਨੇ, ਉਹਨਾਂ ਦੀਆਂ ਡਿਮਾਂਡਸ, ਉਹਨਾਂ ਦੀਆਂ ਲੋੜਾਂ ਸਭ ਇੱਕ ਨੇ ਔਰ ਉਹ ਕਿਸੇ ਹੋਰ ਪਰਸਨ ਦੇ ਨਾਲ ਕੁਛ ਵੀ ਸ਼ੇਅਰ ਨਹੀਂ ਕਰਦੇ, ਕਿਸੇ ਦੂਸਰੀ ਜਾਤੀ ਨਾਲ ਉਹਨਾਂ ਦਾ ਕੁਛ ਵੀ ਰਿਲੇਸ਼ਨ ਨਹੀਂ ਹੈ। As we saw in the case of communalism, such a belief is not borne by our experience. Caste is one aspect of our experience, but it is not the only relevant or the most important aspect. ਜਿਵੇਂ ਕਿ ਅਸੀਂ ਸੰਪਰਦਾਇਕਤਾ 'ਚ ਵੀ ਦੇਖ ਕੇ ਆਏ, ਕਮਿਊਨਲਿਜ਼ਮ 'ਚ ਵੀ ਦੇਖ ਕੇ ਆਏ ਹਾਂ ਕਿ
ਜੋ ਧਰਮ ਇਹ ਮੰਨ ਲੈਣਾ ਕਿ ਧਰਮ ਹੀ ਸੁਸਾਇਟੀ ਦਾ ਆਧਾਰ ਹੈ, ਗਲਤ ਹੈ। ਇਸੇ ਤਰ੍ਹਾਂ ਹੀ ਇਹ ਮੰਨ ਲੈਣਾ ਕਿ ਜਾਤੀ ਜਿਹੜੀ ਹੈ ਉਹ ਕਮਿਊਨਿਟੀ ਦਾ ਆਧਾਰ ਹੈ, ਗਲਤ ਹੈ। ਕਿਉਂਕਿ ਇੱਕ ਬੰਦਾ ਜੋ ਹੈ ਉਹਦੀ ਇੱਕ ਜੇ ਅਗਰ ਕੋਈ ਕਾਸਟ ਆਇਡੈਂਟੀਟੀ ਆਪਣੀ ਮੰਨਦਾ ਹੈ ਤਾਂ ਇਸ ਤੋਂ ਬਿਨਾਂ ਉਹਦੀਆਂ ਹੋਰ ਵੀ ਬਹੁਤ ਸਾਰੀਆਂ ਆਇਡੈਂਟੀਟੀਜ਼ ਹੋਣਗੀਆਂ। ਔਰ ਵੈਸੇ ਵੀ ਸੰਵਿਧਾਨ ਦੇ ਰਾਹੀਂ ਕਾਸਟ ਸਿਸਟਮ ਖਤਮ ਕੀਤਾ ਗਿਆ। ਅੱਗੇ ਗੱਲ ਕਰਦਾ, ਕਹਿੰਦਾ ਕਾਸਟ ਕੈਨ ਟੇਕ ਵੇਰੀਅਸ ਫਾਰਮਸ ਇਨ ਪੋਲੀਟਿਕਸ। ਰਾਜਨੀਤੀ ਦੇ ਵਿੱਚ ਜਾਤੀ ਜਿਹੜੀ ਹੈ ਅਲੱਗ-ਅਲੱਗ ਫਾਰਮਸ ਸਾਨੂੰ ਦੇਖਣ ਨੂੰ ਮਿਲਦੀ ਹੈ। ਕਾਫੀ ਇੰਪੋਰਟੈਂਟ ਕੁਐਸਚਨ ਹੈ, ਰੀਸੈਂਟਲੀ ਬੋਰਡ 'ਚ ਆਇਆ ਸੀਗਾ ਕਿ ਕਾਸਟ ਜਿਹੜੀ ਹੈ ਪੋਲੀਟਿਕਸ ਵਿੱਚ ਕਿਹੜੀਆਂ-ਕਿਹੜੀਆਂ ਫਾਰਮਸ 'ਚ ਦੇਖਣ ਨੂੰ ਮਿਲਦੀ ਹੈ। ਸੋ ਦੇਖਦੇ ਹਾਂ ਕਿ ਜਾਤੀ ਦਾ ਕੀ ਕਾਸਟ ਨੂੰ ਕਿਵੇਂ ਯੂਜ਼ ਕੀਤਾ ਜਾਂਦਾ ਹੈ ਪੋਲੀਟਿਕਸ 'ਚ। ਕਹਿੰਦਾ ਵੈਨ ਪਾਰਟੀਜ਼ ਚੂਜ਼ ਕੈਂਡੀਡੇਟਸ ਇਨ ਇਲੈਕਸ਼ਨਸ। ਜਦੋਂ ਪਾਰਟੀਆਂ ਇਲੈਕਸ਼ਨ ਦੇ ਵਿੱਚ ਆਪਣੇ ਕੈਂਡੀਡੇਟ ਚੁਣਦੀਆਂ ਨੇ, ਇਲੈਕਸ਼ਨ 'ਚ ਕੈਂਡੀਡੇਟ ਖੜ੍ਹੇ ਕਰਦੀਆਂ ਨੇ, ਤਾਂ ਇਸ ਚੀਜ਼ ਨੂੰ ਮਾਈਂਡ 'ਚ ਰੱਖਦੀਆਂ ਨੇ ਕਿ ਇਲੈਕਟੋਰੇਟ ਦਾ ਕੰਪੋਜੀਸ਼ਨ ਕੀ ਹੈ। ਮਤਲਬ ਕਿ ਜਿਹੜੇ ਹਲਕੇ ਤੋਂ ਕੈਂਡੀਡੇਟ ਖੜ੍ਹਾ ਕਰ ਰਹੇ ਨੇ ਕਿ ਉਹ ਹਲਕਾ ਰਿਜ਼ਰਵ ਹਲਕਾ ਤਾਂ ਨਹੀਂ ਹੈਗਾ ਕਿਸੇ ਖਾਸ ਜਾਤੀ ਵਾਸਤੇ, ਤਾਂ ਉਸੇ ਹੀ ਜਾਤੀ ਦੇ ਪਰਸਨ ਉੱਥੋਂ ਖੜ੍ਹੇ ਕਰਦੇ ਨੇ। ਇਹ ਵੀ ਇੱਕ ਚੀਜ਼ ਹੈ। ਦੂਜਾ ਕਹਿੰਦਾ ਦੇ ਨੋਮੀਨੇਟ ਕੈਂਡੀਡੇਟਸ ਫਰੋਮ ਡਿਫਰੈਂਟ ਕਾਸਟ ਟੂ ਮਸਟਰ ਨੈਸੈਸਰੀ ਸਪੋਰਟ ਟੂ ਵਿਨ ਇਲੈਕਸ਼ਨਸ। ਅਗਰ ਉਹਨਾਂ ਨੂੰ ਲੱਗੇ ਕਿ ਕਿਸੇ ਖਾਸ ਏਰੀਆ ਦੇ ਵਿੱਚ ਕਿਸੇ ਖਾਸ ਜਾਤੀ ਦੇ ਲੋਕ ਬਹੁਤ ਨੇ ਤਾਂ ਉਸ ਏਰੀਆ ਦੇ ਵਿੱਚ ਉਸੇ ਹੀ ਜਾਤੀ ਦੇ ਕੈਂਡੀਡੇਟ ਨੂੰ ਜਿਹੜਾ ਹੈ ਸੀਟ ਦਿੰਦੀਆਂ ਨੇ ਪਾਰਟੀਆਂ। ਵੈਨ ਗਵਰਨਮੈਂਟਸ ਆਰ ਫਾਰਮਡ, ਉਸ ਤੋਂ ਬਾਅਦ ਜਦੋਂ ਸਰਕਾਰ ਬਣਨੀ ਹੁੰਦੀ ਹੈ, ਕੈਬਨਿਟ ਬਣਨੀ ਹੁੰਦੀ ਹੈ, ਤਾਂ ਉਸ ਕੈਬਨਿਟ ਦੇ ਵਿੱਚ ਜਿਹੜਾ ਪੋਲੀਟੀਕਲ ਪਾਰਟੀਆਂ ਕੀ ਕਰਦੀਆਂ ਨੇ ਕਿ ਅਲੱਗ-ਅਲੱਗ ਜਾਤੀ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਉੱਥੇ ਮਿਨਿਸਟਰ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਕਿ ਉਸ ਪਰਟੀਕੂਲਰ ਕਾਸਟ ਨੂੰ ਸੈਟਿਸਫਾਈ ਕੀਤਾ ਜਾ ਸਕੇ। ਸੋ ਦੀਜ਼ ਆਰ ਦ ਐਗਜ਼ਾਮਪਲਸ ਆਫ ਐਗਜ਼ਾਮਪਲ ਹੈ ਕਿ ਕਾਸਟ ਕਿਵੇਂ ਪੋਲੀਟਿਕਸ ਦੇ ਵਿੱਚ ਆਉਂਦੀ ਹੈ, ਰੋਲ ਨਿਭਾਉਂਦੀ ਹੈ। ਇਹਦਾ ਅਲੱਗ-ਅਲੱਗ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਔਰ ਅਲੱਗ-ਅਲੱਗ ਜਿਹੜੇ ਕੈਂਡੀਡੇਟਸ ਨੇ ਇਲੈਕਸ਼ਨ ਦੇ ਵਿੱਚ ਉਹ ਕੁਛ ਪਰਟੀਕੂਲਰ ਕਾਸਟ ਨੂੰ ਜਿਹੜਾ ਹੈ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਉਹਨਾਂ ਦੀ ਸਪੋਰਟ ਦੇ ਨਾਲ ਉਹ ਜਿੱਤ ਜਾਣ। ਫੋਰ ਐਗਜ਼ਾਮਪਲ ਕਈ ਵਾਰੀ ਕੁਛ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ ਕਿਸੇ ਪਰਟੀਕੂਲਰ ਕਾਸਟ ਨੂੰ ਫੇਵਰ ਕਰਦੀਆਂ ਨੇ ਔਰ ਉਹਨਾਂ ਨੂੰ ਰੈਪ੍ਰਜੈਂਟ ਕਰਨ ਦਾ ਜਿਹੜਾ ਹੈ ਨਾਟਕ ਕਰਦੀਆਂ ਨੇ ਜਾਂ ਉਹਨਾਂ ਨੂੰ ਰੈਪ੍ਰਜੈਂਟ ਕਰਦੀਆਂ ਨੇ ਔਰ ਕਹਿੰਦੀਆਂ ਨੇ ਕਿ ਅਸੀਂ ਇਸ ਜਾਤੀ ਦੇ ਜਿਹੜੇ ਆ ਉਹ ਪਹਿਰੇਦਾਰ ਹਾਂ ਔਰ ਇਸ ਜਾਤੀ ਵਾਸਤੇ ਅਸੀਂ ਸਪੈਸ਼ਲ ਕੰਮ ਕਰਾਂਗੇ। ਇਹ ਵੀ ਇੱਕ ਐਗਜ਼ਾਮਪਲ ਹੈ ਕਾਸਟ ਇਨ ਪੋਲੀਟਿਕਸ ਦੀ। ਨੈਕਸਟ ਹੈ ਯੂਨੀਵਰਸਲ ਅਡਲਟ ਫਰੈਂਚਾਈਜ਼ੀ ਐਂਡ ਪ੍ਰਿੰਸੀਪਲ ਆਫ ਵਨ ਵੋਟ ਪਰਸਨ ਵਨ ਵੋਟ compelled political leaders to gear up to the task of mobilizing and securing political support। ਅੱਜ ਯੂਨੀਵਰਸਲ ਅਡਲਟ ਫਰੈਂਚਾਈਜ਼ੀ ਮਿਲਿਆ ਹੋਇਆ, ਮਤਲਬ ਹਰ ਇੱਕ ਪਰਸਨ ਨੂੰ ਜੋ ਅਡਲਟ ਹੈ ਰਾਈਟ ਟੂ ਵੋਟ ਮਿਲਿਆ ਹੋਇਆ ਹੈ। ਔਰ ਇਸ ਤੋਂ ਬਿਨਾਂ ਇਹਦੇ ਨਾਲ ਹੀ ਜਿਹੜਾ ਹੈ ਕਿ ਹਰ ਇੱਕ ਪਰਸਨ ਨੂੰ 1 ਵੋਟ ਮਿਲ ਗਈ ਹੈ, ਜਿਹਦੇ ਨਾਲ ਪੋਲੀਟੀਕਲ ਲੀਡਰਸ ਨੂੰ ਜਿਹੜਾ ਹੈ ਅੱਜ ਗਰੀਬਾਂ ਦੀਆਂ ਵੋਟਾਂ 'ਤੇ ਜਾਂ ਉਹਨਾਂ ਜਾਤੀਆਂ ਦੇ ਲੋਕਾਂ ਦੇ ਵੋਟਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ, ਜਿਹੜੇ ਕਿ ਨੰਬਰ 'ਚ ਕਾਫੀ ਨੇ ਔਰ ਜਿਨ੍ਹਾਂ ਦੇ ਨਾਲ ਜਿਹੜਾ ਹੈ ਜਿਨ੍ਹਾਂ ਦੇ ਸਪੋਰਟ ਦੇ ਨਾਲ ਇਹ ਜਿੱਤ ਸਕਦੇ ਨੇ। ਜਿਸ ਕਰਕੇ ਅਲੱਗ-ਅਲੱਗ ਪੋਲੀਟੀਕਲ ਪਾਰਟੀਜ਼ ਜਿਹੜੀਆਂ ਨੇ ਕੁਛ ਪਰਟੀਕੂਲਰ ਕਾਸਟ ਦੇ ਨਾਲ ਜੁੜ ਜਾਂਦੀਆਂ ਨੇ ਔਰ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ। ਇਟ ਆਲਸੋ ਬਰੋਟ ਨਿਊ ਕੌਨਸ਼ੀਅਸਨੈਸ ਅਮੰਗ ਦ ਪੀਪਲ ਆਫ ਕਾਸਟ ਦੈਟ ਵਰ ਹਿਦਰਟੂ ਟ੍ਰੀਟਡ ਐਜ਼ ਇਨਫੀਰੀਅਰ ਐਂਡ ਲੋ। ਔਰ ਯੂਨੀਵਰਸਲ ਅਡਲਟ ਫਰੈਂਚਾਈਜ਼ੀ ਨਾਲ ਇਹ ਵੀ ਫਾਇਦਾ ਹੋਇਆ ਹੈ ਕਿ ਜਿਹੜੇ ਗਰੀਬਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ, ਅੱਜ ਉਹਨਾਂ ਨੂੰ ਰਾਈਟ ਟੂ ਵੋਟ ਮਿਲਿਆ ਹੋਇਆ ਹੈ, ਜਿਸ ਕਰਕੇ ਅੱਜ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹਨਾਂ ਦੀ ਵੋਟ ਵੀ ਜਿਹੜੀ ਹੈ ਕਾਫੀ ਕੀਮਤੀ ਹੈ ਔਰ ਆਪਣੀ ਵੋਟ ਦੀ ਕੀਮਤ ਨੂੰ ਅੱਜ ਜਾਣ ਸਕਦੇ ਨੇ ਔਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਵੀ ਕੋਈ ਇੰਪੋਰਟੈਂਸ ਹੈ।